ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੈਤ ਸ੍ਰੀ ਮਹਿਲਾ ਪੰਜਵਾਂ ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੋਈ ਜਾਣੈ ਕਵਣ ਇਹਾ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ। ਤਾਂ ਕੀ ਨਿਰਮਲ ਰੀਤ ਰਹਾਉ, ਮਾਤ ਪਿਤਾ ਬੰਤਾ ਸੁਤ ਬੰਧਪ। ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ। ਅੰਤ ਹੈ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਹਾਹਾ ਕਰਤ ਬਿਹਾਨੀ ਅਬਦ ਹੈ, ਤਾ ਮਹਿ ਸੰਤੋਖ ਨਾ ਪਾਇਆ। ਹਸਤ ਰਥ ਅਸਬ ਪਵਨ ਤੇਜ, ਧਨੀ ਭੂਮਣ ਚਤੁਰਾਂਗਾ। ਸੰਗ ਨਾ ਚਾਲਿਓ ਇਨ ਮੈਂ ਕਛੂ ਹੈ, ਊਠ ਸਧਾਇਓ ਨਾਂਗਾ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਤਾਂ ਕੈ ਹਰ ਹਰ ਗਾਈਐ। ਨਾਨਕ ਇਹਾਂ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਵਾਲਿਓ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 700 ਦੇ ਉੱਪਰ ਅੰਕਿਤ ਹੈ। ਇਸ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਹੀ ਰਹਾਉ ਦੀਆਂ ਪੰਕਤੀਆਂ ਹਨ। ਜੈਤ ਸ੍ਰੀ ਰਾਗ ਹੈ। ਜੈਤ ਸ੍ਰੀ ਮਹਿਲਾ ਪੰਜਵਾਂ ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਹਿਬ ਕਿਰਪਾ ਕਰ ਰਹੇ ਹਨ। ਕੋਈ ਬਿਰਲਾ ਮਨੁੱਖ ਇਸ ਗੱਲ ਨੂੰ ਜਾਣਦਾ ਹੈ ਕਿ ਇੱਥੇ ਜਗਤ ਵਿੱਚ ਸਾਡਾ ਅਸਲੀ ਮਿੱਤਰ ਕੌਣ ਹੈ। ਕੋਈ ਜਾਣੈ ਕਵਣ ਇਹਾਂ ਜਗ ਮੀਤ, ਇਸ ਸੰਸਾਰ ਦੇ ਵਿੱਚ ਸਾਡਾ ਅਸਲੀ ਮਿੱਤਰ ਕੌਣ ਹੈ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੇ, ਤਾਂ ਕੀ ਨਿਰਮਲ ਰੀਤ। ਜਿਸ ਮਨੁੱਖ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਉਹ ਮਨੁੱਖ ਇਸ ਗੱਲ ਨੂੰ ਸਮਝਦਾ ਹੈ, ਤੇ ਜਦੋਂ ਸਮਝਦਾ ਹੈ ਉਸ ਮਨੁੱਖ ਦੀ ਜਿਹੜੀ ਹੈ ਜੀਵਨ ਦੀ ਜੁਗਤ ਜਿਹੜੀ ਆ ਉਹ ਪਵਿੱਤਰ ਹੋ ਜਾਂਦੀ ਹੈ। ਇਹ ਜ਼ਰੂਰੀ ਸਮਝਣ ਵਾਲੀ ਗੱਲ ਹੈ ਕਿ ਜਿਹਨੂੰ ਅਸੀਂ ਮਿੱਤਰ ਬਣਾ ਕੇ ਬੈਠੇ ਹਾਂ, ਸੰਸਾਰ ਦੇ ਲੋਕਾਂ ਨੂੰ ਜਾਂ ਸੰਸਾਰ ਦੇ ਪਦਾਰਥਾਂ ਨੂੰ, ਇਹਦੇ ਵਿੱਚ ਅਸਲੀ ਸਾਥੀ ਕੋਈ ਨਹੀਂ ਹੈ। ਕਿਉਂਕਿ ਸੰਸਾਰ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਨੇ ਜਿਹੜੀਆਂ ਸਾਡੇ 'ਤੇ ਕਿਰਪਾ ਬਖਸ਼ਿਸ਼ਾਂ ਕੀਤੀਆਂ, ਕਿਉਂਕਿ ਇਹਦੀ ਅਗਲੀ ਪੰਕਤੀ ਆਪਾਂ ਜਿਹੜੀ ਵਿਚਾਰਾਂਗੇ ਉਹਦੇ ਵਿੱਚ ਸਤਿਗੁਰੂ ਜੀ ਨੇ ਦੁਨੀਆ ਦੇ ਪ੍ਰਮੁੱਖ 7 ਰਿਸ਼ਤਿਆਂ ਦੀ ਗੱਲ ਕੀਤੀ ਹੈ। ਹੁਣ ਸਾਡੀ ਜ਼ਿੰਦਗੀ ਵਿੱਚ 3 ਤਰ੍ਹਾਂ ਦੇ ਰਿਸ਼ਤੇ ਹੁੰਦੇ ਆ ਆਮ ਹੀ। ਪਹਿਲੇ ਤਾਂ ਉਹ ਹੁਣ ਜਿਹਨਾਂ ਨੂੰ ਰੱਬ ਆਪ ਬਣਾ ਕੇ ਭੇਜਦਾ, ਤੇ ਦੂਜੇ ਰਿਸ਼ਤੇ ਉਹ ਹੁੰਦੇ ਆ ਜਿਨ੍ਹਾਂ ਨੂੰ ਸਮਾਜ ਜਾਂ ਭਾਈਚਾਰਾ ਪ੍ਰਵਾਨਗੀ ਦਿੰਦਾ ਹੈ, ਤੇ ਗੁਰੂ ਪਿਆਰੋ ਤੀਜੇ ਉਹ ਹੁੰਦੇ ਹਨ ਜਿਨ੍ਹਾਂ ਨੂੰ ਮਨੁੱਖ ਆਪ ਖੁਦ ਚੁਣਦਾ ਹੈ। ਹੁਣ ਜੇ ਆਪਾਂ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ ਕਿ ਪਹਿਲੀ ਕਿਸਮ ਦੇ ਰਿਸ਼ਤਿਆਂ ਵਿੱਚ ਜਿਸ ਤਰ੍ਹਾਂ ਮਾਤਾ ਪਿਤਾ ਭੈਣ ਭਰਾ ਜਾਂ ਹੋਰ ਸਾਕ ਸੰਬੰਧੀ ਰਿਸ਼ਤੇਦਾਰ ਆ ਜਾਂਦੇ ਆ, ਇਹਨਾਂ ਰਿਸ਼ਤਿਆਂ ਵਿੱਚ ਮਨੁੱਖੀ ਸੋਚ ਦੀ ਚੋਣ ਨਹੀਂ ਹੈ। ਇਹ ਕੋਈ ਨਹੀਂ ਚੁਣ ਸਕਦਾ ਕਿ ਮੈਨੂੰ ਅਜਿਹੇ ਮਾਂ-ਬਾਪ ਜਾਂ ਐਸੇ ਭੈਣ ਭਰਾ ਚਾਹੀਦੇ ਆ। ਇਸ ਤਰ੍ਹਾਂ ਹੀ ਕੋਈ ਅਜਿਹਾ ਵੀ ਨਹੀਂ ਹੈ ਚੁਣ ਸਕਦਾ ਕਿ ਮੇਰਾ ਪੁੱਤਰ ਭਾਈ ਮਣੀ ਸਿੰਘ ਵਰਗਾ ਹੋ ਜਾਏ, ਮੇਰਾ ਪੁੱਤਰ ਭਾਈ ਤਾਰੂ ਸਿੰਘ ਵਰਗਾ ਹੋ ਜਾਏ, ਭਾਈ ਬਚਿੱਤਰ ਸਿੰਘ ਵਰਗਾ ਹੋ ਜਾਏ, ਜਾਂ ਗੁਰੂ ਪਿਆਰੇ ਜਾਂ ਨੇਕ ਕਰਮੀ ਕਰਨ ਵਾਲੇ ਕੋਈ ਹੋ ਜਾਏ ਮਨੁੱਖ ਜਿਹੜਾ।
ਇਸ ਵਿੱਚ ਸਾਡੀ ਚੋਣ ਨਹੀਂ ਹੋ ਸਕਦੀ। ਜਿਹੜੀ ਪਹਿਲੀ ਕਿਸਮ ਦੇ ਰੱਬੀ ਰਹਿਮਤ 'ਤੇ ਨਿਰਭਰ ਕਰਦਾ ਹੈ। ਜਿਸ ਤਰ੍ਹਾਂ ਇਤਿਹਾਸ ਆਪਾਂ ਦੇਖਦੇ ਹਾਂ, ਗੁਰੂ ਅੰਗਦ ਸਾਹਿਬ ਜੀ ਦੇ ਘਰ ਵੀ ਕੋਈ ਬਾਬਾ ਦਾਤੂ ਜੀ ਵਰਗਾ ਪੈਦਾ ਹੋ ਸਕਦਾ ਹੈ, ਜਿਹੜਾ ਗੁਰੂ ਸਾਹਿਬ ਨੂੰ ਮੱਥਾ ਟੇਕਣ ਦੀ ਜਗ੍ਹਾ ਗੁਰੂ ਸਾਹਿਬ ਨੂੰ ਲੱਤਾਂ ਮਾਰਦਾ ਹੋਵੇ। ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਦੇ ਘਰ ਬਾਬਾ ਪ੍ਰਿਥੀ ਚੰਦ ਵਰਗਾ ਭਰਾ ਵੀ ਪੈਦਾ ਹੋ ਸਕਦਾ ਹੈ। ਦੂਜੇ ਪਾਸੇ ਪ੍ਰਹਲਾਦ ਵਰਗੇ ਭਗਤ ਨੂੰ ਹਰਨਾਕਸ਼ ਵਰਗਾ ਪਿਤਾ ਵੀ ਮਿਲ ਸਕਦਾ ਹੈ, ਕਿਉਂਕਿ ਇਹਨਾਂ ਵਿੱਚ ਸਾਡੀ ਕੋਈ ਦਖਲ ਅੰਦਾਜ਼ੀ ਨਹੀਂ। ਇਹ ਪਹਿਲੀ ਕਿਸਮ ਦੇ ਆ ਜਿਨ੍ਹਾਂ ਦੇ ਵਿੱਚ ਸਾਡੀ ਚੋਣ ਨਹੀਂ ਹੈ। ਉਹ ਰੱਬ ਆਪ ਅਕਾਲ ਪੁਰਖ ਬਣਾ ਕੇ ਰਿਸ਼ਤੇ ਭੇਜਦਾ ਹੈ। ਅਤੇ ਗੁਰੂ ਪਿਆਰਿਓ, ਦੂਸਰੀ ਤਰ੍ਹਾਂ ਦੇ ਉਹ ਰਿਸ਼ਤੇ ਆ ਜਿਨ੍ਹਾਂ ਨੂੰ ਅਸੀਂ ਸਮਾਜਿਕ ਸਹਾਰੇ ਨਾਲ ਬਣਾਉਂਦੇ ਹਾਂ। ਜਿਸ ਤਰ੍ਹਾਂ ਉਦਾਹਰਨ ਦੇ ਤੌਰ 'ਤੇ ਮਾਤਾ ਪਿਤਾ ਆਪਣੇ ਬੱਚਿਆਂ ਲਈ ਲੜਕਾ ਲੜਕੀ ਦੇਖ ਸਕਦੇ ਆ, ਪਸੰਦ ਵੀ ਕਰ ਸਕਦੇ ਆ, ਪਰ ਇੱਕ ਲੜਕੀ ਨੂੰ ਪਤਨੀ ਹੋਣ ਦਾ ਜਾਂ ਲੜਕੇ ਨੂੰ ਪਤੀ ਹੋਣ ਦਾ ਰਿਸ਼ਤਾ ਸਮਾਜਿਕ ਅਤੇ ਧਾਰਮਿਕ ਪ੍ਰਵਾਨਗੀ ਨਾਲ ਹੀ ਮਿਲਦਾ ਹੈ। ਇਸ ਕਰਕੇ ਜਦੋਂ ਘਰ ਵਾਲੇ ਲੜਕਾ ਲੜਕੀ ਪਸੰਦ ਕਰਨ ਜਾਂਦੇ ਆ, ਕੇਵਲ ਪਰਿਵਾਰਕ ਮੈਂਬਰ ਹੁੰਦੇ ਆ। ਜਦੋਂ ਪ੍ਰਵਾਨਗੀ ਲੈਣੀ ਹੁੰਦੀ ਆ, ਅਸੀਂ ਬਕਾਇਦਾ ਦਿਨ ਨਿਸ਼ਚਿਤ ਕਰਕੇ ਕਾਰਡ ਛਾਪੇ ਜਾਂਦੇ ਆ, ਲੋਕਾਂ ਜਾਂ ਰਿਸ਼ਤੇਦਾਰਾਂ ਨੂੰ ਇਕੱਤਰ ਕਰਕੇ ਧਾਰਮਿਕ ਰੀਤੀ ਦੇ ਅਨੁਸਾਰ ਆਨੰਦ ਕਾਰਜ ਹੁੰਦਾ, ਪਤੀ ਪਤਨੀ ਹੋਣ ਵਾਲੀ ਪ੍ਰਵਾਨਗੀ ਲੈਂਦੇ ਆ। ਇਹ ਦੂਸਰੀ ਤਰ੍ਹਾਂ ਦੇ ਰਿਸ਼ਤੇ ਹਨ ਜਿਨ੍ਹਾਂ ਨੂੰ ਸਾਨੂੰ ਜ਼ਰੂਰੀ ਹੈ ਕਿ ਸਮਾਜ ਜਾਂ ਭਾਈਚਾਰੇ ਦੀ ਪ੍ਰਵਾਨਗੀ, ਗੁਰੂ ਸਾਹਿਬ ਦੀ ਪ੍ਰਵਾਨਗੀ ਲੈਣੀ ਪੈਂਦੀ। ਤੀਜੀ ਤਰ੍ਹਾਂ ਦਾ ਉਹ ਰਿਸ਼ਤਾ ਹੈ ਗੁਰੂ ਪਿਆਰਿਓ, ਜਿਹੜਾ ਮਨੁੱਖ ਨੇ ਨਾ ਤਾਂ ਸਮਾਜ ਤੋਂ ਪ੍ਰਵਾਨਗੀ ਲੈ ਕੇ ਬਣਾਉਣਾ ਹੈ ਅਤੇ ਨਾ ਹੀ ਰੱਬ ਵੱਲੋਂ ਨਿਸ਼ਚਿਤ ਹੈ। ਉਹ ਰਿਸ਼ਤਾ ਕਿਹੜਾ ਹੈ? ਉਹ ਹੈ ਮਿੱਤਰਤਾ ਦਾ। ਮਿੱਤਰ ਰਿਸ਼ਤਾ ਸਮਾਜਿਕ ਪ੍ਰਵਾਨਗੀ ਦਾ ਮੁਹਤਾਜ ਨਹੀਂ ਹੁੰਦਾ। ਬਾਕੀ ਪਹਿਲੇ ਰਿਸ਼ਤੇ ਵਿੱਚ ਇਹ ਜ਼ਰੂਰੀ ਨਹੀਂ ਕਿ ਵਿਚਾਰਾਂ ਜਾਂ ਸਾਂਝ ਜਾਂ ਵਫਾਦਾਰੀ ਹੋਵੇ, ਭਾਵੇਂ ਨਾ ਹੋਵੇ। ਮਾਂ ਹੈ, ਪਿਓ ਹੈ, ਕੋਈ ਤਬਦੀਲੀ ਨਹੀਂ ਹੋ ਸਕਦੀ। ਇਸ ਤਰ੍ਹਾਂ ਹੀ ਪਤੀ ਪਤਨੀ ਰਿਸ਼ਤੇ ਵਿੱਚ ਵੀ ਹੈ। ਕਈ ਵਾਰੀ ਵਿਚਾਰ ਵੀ ਨਹੀਂ ਰਲਦੇ, ਪਰ ਰਿਸ਼ਤੇ ਚੱਲ ਜਾਂਦੇ ਹਨ। ਸੁਕਰਾਤ ਦੇ ਘਰ ਵਾਲੀ ਬਹੁਤ ਲੜਾਕੇ ਸੁਭਾਅ ਦੀ ਸੀ, ਪਰ ਉਹ ਹਰ ਵਕਤ ਸੁਕਰਾਤ ਦੇ ਨਾਲ ਮਾੜਾ ਸਲੂਕ ਕਰਦੇ ਸੀ, ਪਰ ਸੁਕਰਾਤ ਜਿਹੜਾ ਸੀ ਗੱਲ ਹੱਸ ਕੇ ਟਾਲ ਦਿੰਦਾ ਸੀ। ਫਿਰ ਆਪਾਂ ਗੱਲ ਕਰਦੇ ਹਾਂ ਮਿੱਤਰਤਾ ਦੀ। ਇਹ ਰਿਸ਼ਤਾ ਬਣਦਾ ਹੀ ਵਿਚਾਰਾਂ ਦੀ ਸਾਂਝ ਨਾਲ ਹੈ। ਵਿਚਾਰਾਂ ਵਿੱਚ ਵਖਰੇਵਾਂ ਆ ਜਾਏ, ਬਹੁਤ ਵਾਰੀ ਇਹ ਰਿਸ਼ਤਾ ਬਦਲ ਲੈਂਦੇ ਹਾਂ। ਕਈ ਵਾਰੀ ਅਜਿਹਾ ਵੀ ਹੋਇਆ ਕਿ ਜਿਹੜੇ ਕੱਲ੍ਹ ਬਹੁਤ ਗੂੜ੍ਹੇ ਪੱਕੇ ਮਿੱਤਰ ਹੁੰਦੇ ਸਨ, ਵਿਚਾਰਾਂ ਦੀ ਤਬਦੀਲੀ ਕਰਕੇ ਬਹੁਤ ਖਤਰਨਾਕ ਉਹ ਦੁਸ਼ਮਣ ਬਣ ਜਾਂਦੇ। ਅਕਸਰ ਇਹ ਕਿਹਾ ਜਾਂਦਾ ਕਿ ਕੋਈ ਜਿੰਨਾ ਵੱਡਾ ਮਿੱਤਰ ਹੁੰਦਾ ਓਨਾ ਵੱਡਾ ਹੀ ਦੁਸ਼ਮਣ ਬਣਦਾ, ਕਿਉਂਕਿ ਮਿੱਤਰ ਕੋਲ ਸਾਰੇ ਗੁੱਝੇ ਭੇਦ ਸਾਡੇ ਹੁੰਦੇ ਹਨ। ਇੱਕੋ ਹੀ ਰਿਸ਼ਤਾ ਮਨੁੱਖ ਨੂੰ ਆਪ ਚੁਣਨਾ ਸੀ, ਪਰ ਸਾਰੀ ਜ਼ਿੰਦਗੀ ਮਨੁੱਖ ਨੂੰ ਮਿੱਤਰ ਚੁਣਨਾ ਹੀ ਨਹੀਂ ਆਉਂਦਾ। ਬਹੁਤ ਵਾਰੀ ਧੋਖਾ ਹੀ ਮਿੱਤਰਾਂ ਕੋਲ ਖਾਂਦਾ। ਅਸੀਂ ਜਿਹੜੇ ਸਾਡੇ ਵਾਕਫ ਹੁੰਦੇ ਆ ਨੂੰ ਮਿੱਤਰ ਸਮਝ ਲੈਂਦੇ ਆ, ਪਰ ਮਨੁੱਖ ਦੀ ਜ਼ਿੰਦਗੀ ਵਿੱਚ ਜਿਹੜੇ ਵਾਕਫਕਾਰ ਬਹੁਤ ਹੁੰਦੇ ਆ, ਪਰ ਮਿੱਤਰ ਕੋਈ ਬਿਰਲਾ ਹੀ ਹੁੰਦਾ। ਜਿਸ ਤਰ੍ਹਾਂ ਇੱਕ ਸਕੂਲ ਵਿੱਚ ਜਮਾਤ ਵਾਲੇ ਕਲਾਸ ਵਿੱਚ ਬੱਚੇ ਬਹੁਤ ਹੁੰਦੇ ਆ, ਪਰ ਸਾਰੇ ਹੀ ਮਿੱਤਰ ਨਹੀਂ ਹੁੰਦੇ। ਆਸ ਪੜੋਸ ਵਿੱਚ ਵਾਕਫ ਬਹੁਤ ਹੁੰਦੇ ਆ, ਪਰ ਮਿੱਤਰਤਾ ਦੀ ਸਾਂਝ ਕਿਸੇ ਵਿਰਲੇ ਨਾਲ ਹੁੰਦੀ ਹੈ। ਇਸ ਤਰ੍ਹਾਂ ਹੀ ਸਾਡੇ ਕਾਰੋਬਾਰਾਂ ਦੇ ਵਿੱਚ, ਸਾਡੇ ਦਫ਼ਤਰਾਂ ਦੇ ਵਿੱਚ ਅਸੀਂ ਦੇਖ ਸਕਦੇ। ਗੁਰੂ ਪਿਆਰਿਓ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਗੁਰਬਾਣੀ ਸਾਡੇ ਜੀਵਨ ਦੇ ਹਰ ਪੱਖ ਦੀ ਅਗਵਾਈ ਬਖਸ਼ਿਸ਼ ਕਰਦੀ। ਸਮਝ ਵਿਚਾਰ ਕੇ ਗੁਰਬਾਣੀ ਦਾ ਪਾਠ ਕਰੀਏ ਤਾਂ ਪਤਾ ਲੱਗਦਾ ਕਿ ਗੁਰਬਾਣੀ ਅਨੁਸਾਰ ਸਤਿਗੁਰੂ ਜੀ ਨੇ ਸਾਨੂੰ ਮਿੱਤਰ ਦੀਆਂ ਨਿਸ਼ਾਨੀਆਂ ਦੱਸੀਆਂ ਹਨ। ਮਿੱਤਰ ਤਾਂ ਉਹ ਹੈ, ਗੁਰੂ ਸਾਹਿਬ ਮਹਾਰਾਜ ਕਹਿੰਦੇ ਆ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਕਿੱਦਾਂ ਦਾ ਮਿੱਤਰ ਬਣਾਉਣਾ? ਕਹਿੰਦੇ ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆ, ਉਹ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਹੀ ਛੋੜ। ਇੱਦਾਂ ਦਾ ਕਹਿੰਦੇ ਮਿੱਤਰ ਜੀਵਨ ਦੇ ਵਿੱਚ ਬਣਾਉਣਾ ਹੈ। ਹਾਂ, ਪਰ ਕੋਈ ਬਿਰਲਾ ਜਾਣਦਾ ਹੈ। ਸਾਹਿਬ ਜੀ ਮਹਾਰਾਜ ਕਹਿੰਦੇ ਪ੍ਰਭ ਸਿਉ ਲਾਗ ਰਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਉਹ ਮਿੱਤਰ ਮੇਰਾ ਧਨ ਹੈ, ਅਤੇ ਜਿਸ ਵੇਲੇ ਉਹਨੂੰ ਮਿੱਤਰ ਬਣਾਵਾਂਗੇ, ਉਹ ਮਿੱਤਰਾਂ ਦਾ ਮਿੱਤਰ ਹੈ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਈ ਹੈ ਸਭਨਾਂ ਦਾ ਵਿਸਾ। ਜਿੱਦਣ ਸਾਨੂੰ ਸਮਝ ਆ ਗਈ, ਜਿੱਦਣ ਗੁਰੂ ਦੇ ਨਾਲ ਜੁੜੇ, ਬਾਣੀ ਦੇ ਨਾਲ ਜੁੜਾਂਗੇ, ਉਹ ਦਿਨ ਅਸਲੀ ਮਿੱਤਰ ਦੀ ਗੁਰੂ ਪਿਆਰਿਓ ਸਮਝ ਆਏਗੀ। ਸਾਹਿਬ ਜੀ ਅੱਜ ਕਹਿ ਰਹੇ ਆ, ਕੋਈ ਜਾਣੇ ਕਵਣ ਇਹਾਂ ਜਗ ਮੀਤ। ਕੋਈ ਬਿਰਲਾ ਜਾਣਦਾ ਕਿ ਅਸਲੀ ਮਿੱਤਰ ਸੰਸਾਰ ਵਿੱਚ ਕੌਣ ਹੈ।
ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਂ ਕਿ ਨਿਰਮਲ ਰੀਤ ਰਹਾਓ। ਕਿਉਂਕਿ ਜਿਹੜੇ ਅਸੀਂ ਸੰਸਾਰ ਵਿੱਚ ਮਿੱਤਰ ਬਣਾਉਂਦੇ ਆ, ਇਹ ਵੀ ਸੰਸਾਰ ਵਿੱਚ ਰਹਿ ਜਾਂਦੇ ਆ। ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ। ਸਾਹਿਬ ਮਹਾਰਾਜ ਕਹਿੰਦੇ ਫਿਰ ਮਨੁੱਖ ਜਿਹੜਾ ਹੈ ਰਿਸ਼ਤੇਦਾਰਾਂ ਨੂੰ ਅਸਲੀ ਮਿੱਤਰ ਸਮਝਦਾ ਹੈ। ਮਾਤ, ਇਹ 7 ਰਿਸ਼ਤੇ ਦੱਸੇ ਆ ਗੁਰੂ ਸਾਹਿਬ ਜੀ ਨੇ। ਮਾਤ ਪਿਤਾ ਸੁਤ ਬੰਤਾ, ਸੁਤ ਬੰਧਵ, ਮਾਤਾ ਪਿਤਾ ਬੰਤਾ ਬੋਟੀ, ਸੁਤ ਪੁੱਤਰ ਬੰਧਵ ਰਿਸ਼ਤੇਦਾਰ, ਇਸ਼ਟ ਮੀਤ ਪਿਆਰੇ ਮਿੱਤਰ, ਅਰ ਭਾਈ ਭਰਾ। ਸਾਹਿਬ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਇਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹ ਤੈਨੂੰ ਮਿਲ ਗਏ, ਪਰ ਆਖਰ ਵਿੱਚ ਤੇਰਾ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ। ਇਸ ਪਹਿਲੇ ਜਨਮਾਂ ਦੇ ਸੰਜੋਗਾ ਕਰਕੇ ਇੱਥੇ ਮਿਲ ਪਏ, ਅਖੀਰ ਵੇਲੇ ਇਹਨਾਂ ਵਿੱਚੋਂ ਕੋਈ ਸਾਥੀ ਨਹੀਂ ਬਣਦਾ। ਫਿਰ ਮਨੁੱਖ ਸੋਚਦਾ ਕੋਈ ਗੱਲ ਨਹੀਂ ਹੈ, ਮੇਰੇ ਕੋਲ ਧਨ ਦੌਲਤ ਬਹੁਤ ਹੈ। ਗੁਰੂ ਸਾਹਿਬ ਨੇ ਕੱਲੀ ਕੱਲੀ ਗੱਲ ਗੁਣਾਈ ਆ। ਕਹਿੰਦੇ ਮੁਕਤ ਮਾਲ ਮੋਤੀਆਂ ਦੀ ਮਾਲਾ, ਕਣਕ ਲਾਲ ਸੋਨਾ ਲਾਲ ਹੀਰਾ, ਇਹ ਹੀਰੇ ਜਿਹੜੇ ਹਨ ਇਹਨਾਂ ਨੂੰ ਧਨ ਦੌਲਤ ਨੂੰ ਮਿੱਤਰ ਸਮਝਦਾ ਹੈ। ਕੀ ਹੈ? ਸਾਹਿਬ ਕਹਿੰਦੇ ਮਨ ਰੰਜਨ ਕੀ ਮਾਇਆ, ਸਿਰਫ ਮਨ ਨੂੰ ਖੁਸ਼ ਕਰਨ ਵਾਲੀ ਮਾਇਆ ਹੈ। ਤੇ ਕੀ ਕੀਤਾ ਮਨੁੱਖ ਨੇ? ਹਾ ਕਰਤ ਬਿਹਾਨੀ ਅਬਦ, ਤਾਂ ਮਹਿ ਸੰਤੋਖ ਨਾ ਪਾਇਆ। ਹੁਣ ਇਹਨਾਂ ਵਿੱਚ ਲੱਗ ਕੇ ਸਾਰੀ ਉਮਰ ਹਾਏ ਹਾਏ ਕਰਦਿਆਂ ਗੁਜ਼ਰ ਜਾਂਦੀ ਹੈ, ਮਨ ਫਿਰ ਵੀ ਨਹੀਂ ਰੱਜਦਾ। ਫਿਰ ਮਨੁੱਖ ਨੇ ਸੋਚਿਆ ਕਿ ਅੱਜ ਦੇ ਸਮੇਂ ਵਿੱਚ ਆਪਾਂ ਮੋਟਰ ਗੱਡੀਆਂ ਕਾਰਾਂ ਲੈ ਲਈਏ। ਪੁਰਾਤਨ ਸਮਿਆਂ ਵਿੱਚ ਜਿਹੜੀਆਂ ਸਵਾਰੀਆਂ ਸੀ ਉਹਦੀ ਗੱਲ ਗੁਰੂ ਸਾਹਿਬ ਕਰ ਰਹੇ। ਕਹਿੰਦੇ ਹਸਤ ਰੱਥ ਅਸਵ ਪਵਨ ਤੇਜ, ਕਹਿੰਦੇ ਵਧੀਆ ਘੋੜੇ ਹੋਣ, ਵਧੀਆ ਹਾਥੀ ਹੋਣ। ਅਸਵ ਪਵਨ ਤੇਜ, ਹਵਾ ਦੀ ਵੇਗ ਵਰਗੇ ਭੱਜਦੇ ਘੋੜੇ ਹੋਣ। ਧਨੀ, ਬੜਾ ਧਨਾਟ ਹੋਵੇ ਮਨੁੱਖ। ਭੂਮਣ ਚਤਰੰਗਾ, ਜ਼ਮੀਨ ਦਾ ਮਾਲਕ। ਚੌਥੇ ਗੁਰੂ ਸਾਹਿਬ ਨੇ 4 ਤਰ੍ਹਾਂ ਦੀ ਫੌਜ ਦਾ ਮਾਲਕ ਵੀ ਦੱਸਿਆ। ਜ਼ਮੀਨਦਾਰ ਹੋਵੇ ਪਰ 4 ਕਿਸਮ ਦੀ ਫੌਜ ਦਾ ਚਤਰੰਗਾ ਵੀ ਹੋਵੇ, 4 ਅੰਗਾਂ ਵਾਲੀ ਫੌਜ, ਹਾਥੀ ਰੱਥ ਘੋੜੇ ਤੇ ਪੈਦਲ। ਇਹ 4 ਤਰ੍ਹਾਂ ਦੀ ਫੌਜ ਮੰਨੀ ਜਾਂਦੀ ਸੀ। ਪਰ ਸਾਹਿਬ ਕਹਿੰਦੇ ਸੰਗ ਨਾ ਚਾਲਿਓ ਇਨ ਮਹਿ ਕਛੂ ਹੈ, ਊਠ ਸਧਾਇਓ ਨਾਂਗਾ। ਪਰ ਇਹਨਾਂ ਵਿੱਚੋਂ ਕੋਈ ਵੀ ਚੀਜ਼ ਨਾਲ ਨਹੀਂ ਜਾਂਦੀ। ਇਹਨਾਂ ਦਾ ਮਾਲਕ ਵੀ ਇੱਥੋਂ ਨੰਗਾ ਹੀ ਸੰਸਾਰ ਤੋਂ ਚੱਲ ਜਾਂਦਾ ਹੈ। ਊਠ ਸਧਾਇਓ ਨਾਂਗਾ। ਪਰ ਅੱਗੇ ਗੁਰਮਤਿ ਸਮਝਾ ਰਹੇ ਹਰ ਕੇ ਸੰਤ ਪ੍ਰੀਏ ਪ੍ਰੀਤਮ ਪ੍ਰਭ ਕੇ। ਜਿਹੜੇ ਪ੍ਰਮਾਤਮਾ ਦੇ ਸੰਤ ਜਨ, ਪ੍ਰਭੂ ਦੇ ਪਿਆਰੇ ਗੁਰਮੁਖ ਜਨ ਹਨ, ਉਹ ਪ੍ਰਮਾਤਮਾ ਨੂੰ ਪਿਆਰੇ ਹੁੰਦੇ ਹਨ। ਹਰ ਕੇ ਸੰਤ ਪ੍ਰੀਏ ਪ੍ਰੀਤਮ ਪ੍ਰਭ ਕੇ, ਤਾਂ ਕਿ ਹਰ ਹਰ ਗਾਈ। ਉਹਨਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਅਕਾਲ ਪੁਰਖ ਦੀਆਂ ਸਿਫਤਾਂ ਕਰਨੀਆਂ ਚਾਹੀਦੀਆਂ ਹਨ। ਤੇ ਜਦੋਂ ਕਰਾਂਗੇ ਕੀ ਹੋਏਗਾ? ਨਾਨਕ ਇਹਾਂ ਸੁਖ ਆਗੇ ਮੁਖ ਉਜਲ। ਇਹ ਕਰਨ ਦੇ ਨਾਲ ਇਸ ਲੋਕ ਦੇ ਵਿੱਚ ਪਰਲੋਕ ਦੇ ਵਿੱਚ, ਭਾਵ ਸਾਡੇ ਆਉਣ ਵਾਲੇ ਅਗਲੇ ਸਮੇਂ ਦੇ ਵਿੱਚ ਵੀ ਅਸੀਂ ਸੁਰਖਰੂ ਹੋ ਜਾਂਦੇ ਹਾਂ। ਨਾਨਕ ਇਹਾਂ ਸੁਖ ਆਗੇ ਮੁਖ ਉਜਲ। ਪਰ ਕਿੱਦਾਂ? ਕਹਿੰਦੇ ਸੰਗ ਸੰਤਨ ਕਹਿ ਪਾਈਏ। ਗੁਰਮੁਖ ਜਾਣਾ ਦੀ ਸੰਗਤ ਵਿੱਚ ਹੀ ਇਹ ਦਾਤ ਪ੍ਰਾਪਤ ਹੁੰਦੀ ਹੈ। ਤੇ ਸਮਝ ਆਉਂਦੀ ਹੈ ਕਿ ਅਸਲੀ ਮਿੱਤਰ ਕੌਣ ਹੈ। ਕੋਈ ਜਾਣੈ ਕਵਣ ਯਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੁੱਝੈ, ਤਾਂ ਕਿ ਨਿਰਮਲ ਰੀਤ। ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।